ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿਤਰਪਦਾ ਛੰਦ। ਸੂਰ ਸੁਰਾਨ ਕੇ ਹਾਨ ਕਰੇ ਸ਼ਿਤ ਆਨਤ ਭੇ ਬਨ ਕੇ ਤਨ ਸੂਰ। ਸੂਰਤ ਸੁੰਦਰ ਜੋ ਸਿਮਰੈ ਔਰ ਮੈਂ ਤਤ ਗਿਆਨ ਲਹਿ ਮਤ ਸੂਰ। ਸੂਰ ਗਹਿ ਕਰ ਮੈਂ ਰਣ ਕੇ ਪ੍ਰਿਆ ਨਿੰਦਕ ਜੇ ਦੁਖ ਪਾਏ ਬੇਸੂਰ। ਸੂਰ ਮਿਸਾਲ ਕਿਰਪਾਲ ਗੁਰੂ ਹਰਿ ਗੋਬਿੰਦ ਜੀ ਤਮ ਸ਼ਤਰਨ ਸੂਰ। ਸੂਰ ਬਿਸਾਲ ਕਿਰਪਾਲ ਗੁਰੂ ਹਰਿ ਗੋਬਿੰਦ ਜੀ ਤਮ ਸ਼ਤਰਨ ਸੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦੇ ਨਾਲ ਜਗਤ ਗੁਰੂ ਜੀ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਰਬੱਤ ਮਾਈ ਭਾਈ ਇੱਕ ਵਾਰੀ ਪ੍ਰੇਮ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨੀ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਜੋ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਹੋਣ ਤੋਂ ਬਾਅਦ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਆਰੰਭਤਾ ਹੋਈ ਹੈ ਔਰ ਜਿਸ ਦੀ ਪਹਿਲੀ ਰਾਸ ਦੇ ਪਹਿਲੇ ਅੰਸੂ ਦੀ ਵਿਚਾਰ ਚੱਲ ਰਹੀ ਹੈ। ਉਹਦੇ ਵਿੱਚ ਆਪਾਂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਤੱਕ ਮੰਗਲਾਂ ਦੀ ਵਿਚਾਰ ਪਿੱਛੇ ਸਾਂਝੀ ਕੀਤੀ ਹੈ। ਛੇਵੇਂ ਪਾਤਸ਼ਾਹ ਔਰ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੰਗਲਾਂ ਦੀ ਵਿਚਾਰ ਆਪਾਂ ਹੁਣ ਸਾਂਝੀ ਕਰਦੇ ਹਾਂ। ਪ੍ਰੇਮ ਸਹਿਤ ਸਰਵਣ ਕਰੀਏ। ਭਾਈ ਸੰਤੋਖ ਸਿੰਘ ਜੀ ਵਰਣਨ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿਤਰਪਦਾ ਛੰਦ। ਸੂਰ ਸੁਰਾਨ ਕੇ ਹਾਨ ਕਰੇ ਸ਼ਿਤ ਆਨਤ ਭੇ ਬਨ ਕੇ ਤਨ ਸੂਰ। ਇੱਕ ਸੂਰ ਪਦ ਵਰਤ ਕਰਕੇ ਕਈ ਅਰਥਾਂ ਦੇ ਵਿੱਚ ਭਾਈ ਸਾਹਿਬ ਜੀ ਇਸ ਸੂਰ ਪਦ ਨੂੰ ਲਿਆਉਂਦੇ ਹਨ। ਪਹਿਲੀ ਪੰਕਤੀ ਦਾ ਅਰਥ ਕਰਦੇ ਆ ਸੂਰ ਸੁਰਾਨ ਕੇ ਹਾਨ ਕਰੇ। ਦੇਵਤਿਆਂ ਨੂੰ ਹਾਨੀ ਦੇਣ ਵਾਲੇ ਦੈਂਤਾਂ ਤੋਂ, ਜਿਵੇਂ ਕਹਿੰਦੇ ਵੀ
ਸ੍ਰੀ ਵਿਸ਼ਨੂੰ ਜੀ ਨੇ ਬਰਾਹ ਰੂਪ ਧਾਰਨ ਕਰਕੇ ਛਿਤ ਆਨਤ ਭੇ ਬਨ ਕੇ ਤਨ ਸੂਰ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਬਰਾਹ ਰੂਪ ਦੇ ਵਿੱਚ ਧਾਰਨ ਕੀਤਾ, ਸੂਰ ਦਾ ਰੂਪ ਧਾਰਨ ਕੀਤਾ ਤੇ ਦੈਂਤਾਂ ਦੇ ਪਾਸੋਂ ਪ੍ਰਿਥਵੀ ਨੂੰ ਲੈ ਕੇ ਆਂਦਾ, ਧਰਤੀ ਨੂੰ ਲੈ ਕੇ ਆਂਦਾ। ਪੁਰਾਤਨ ਕਥਾ ਹੈ। ਇਸੇ ਤਰ੍ਹਾਂ ਕਹਿੰਦੇ ਹਨ ਜਿਹੜੇ ਜ਼ਾਲਮ ਮੁਗਲ ਉਹ ਦੈਂਤਾਂ ਵਰਗੇ ਆ। ਉਹ ਮੁਗਲ ਮਲੇਸ਼ਾਂ ਤੋਂ ਭਾਰਤ ਭੂਮੀ ਨੂੰ ਛਡਾਉਣ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ੇਰ ਦਾ ਰੂਪ ਧਾਰਨ ਕਰਕੇ ਆਏ। ਜਿਵੇਂ ਉਹ ਬਰਾਹ ਰੂਪ ਦੇ ਵਿੱਚ ਧਰਤੀ ਨੂੰ ਲਿਆਂਦਾ ਨਾ ਸ੍ਰੀ ਵਿਸ਼ਨੂੰ ਜੀ ਨੇ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਵੀ ਜਾਣੋ ਕਿ ਇੱਥੇ ਸ਼ੇਰ ਬਣ ਕਰਕੇ ਮਹਾਰਾਜ ਸਾਹਿਬ ਜੀ ਆਏ ਔਰ ਇੱਥੋਂ ਜੀਵਾਂ ਰੂਪੀ ਦੇਵਤਿਆਂ ਦੇ ਦੁੱਖ ਦੂਰ ਕੀਤੇ। ਦੈਂਤਾਂ ਜਿਹੜੇ ਜ਼ਾਲਮ ਸੀ ਉਹ ਦੈਂਤਾਂ ਦੀ ਤਰ੍ਹਾਂ, ਤੇ ਮਹਾਰਾਜ ਸਾਹਿਬ ਜੀ ਨੇ ਸ਼ੇਰ ਬਹਾਦਰ ਬਣ ਕਰਕੇ ਇਸ ਧਰਤੀ ਦੀ ਰੱਖਿਆ ਕੀਤੀ, ਭਾਵ ਜ਼ਾਲਮਾਂ ਨੂੰ ਸੋਧਾ ਲਾਇਆ। ਸੂਰਤ ਸੁੰਦਰ ਜੋ ਸਿਮਰੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੂਰਤ ਅਤਿਅੰਤ ਸੁੰਦਰ ਹੈ, ਤੇ ਜੋ ਸੁੰਦਰ ਸਰੂਪ ਨੂੰ ਸਿਮਰਦਾ ਹੈ, ਚੇਤੇ ਕਰਦਾ ਹੈ, ਪੁਰ ਮੈਂ ਤਤ ਗਿਆਨ ਲਹੈ ਮਤ ਸੂਰ, ਉਹ ਹਿਰਦੇ ਦੇ ਵਿੱਚ ਫਿਰ ਤਤ ਗਿਆਨ ਪ੍ਰਾਪਤ ਕਰ ਲੈਂਦਾ ਹੈ, ਆਤਮਾ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਤੇ ਮਤ ਦਾ, ਬੁੱਧੀ ਦਾ ਸੂਰਮਾ ਬਣ ਜਾਂਦਾ ਹੈ, ਭਾਵ ਮਤ ਦਾ ਸੂਰਮਾ ਵਿਦਵਾਨ ਬਣ ਜਾਂਦਾ ਹੈ, ਪੰਡਿਤ ਬਣ ਜਾਂਦਾ ਹੈ। ਸੂਰ ਗਹਿ ਕਰ ਮੈਂ ਰਣ ਕੇ ਪ੍ਰੇਅ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਸੂਰ ਦਾ ਅਰਥ ਹੈ ਵਰਸ਼ਾ, ਭਾਲਾ। ਮਹਾਰਾਜ ਸਾਹਿਬ ਜੀ ਆਪਣੇ ਹੱਥ ਦੇ ਵਿੱਚ ਵਰਸ਼ਾ ਫੜ ਕੇ, ਸੂਰ ਗਹਿ ਕਰ ਮੈਂ, ਕਰ ਕਹੀਏ ਹੱਥ ਦੇ, ਮੈਂ ਮੈਨੇ ਵਿੱਚ, ਸੂਰ ਗਹਿ ਵਰਸ਼ਾ ਫੜ ਕੇ, ਤੇ ਰਣ ਦੇ ਮੈਦਾਨ ਵਿੱਚ ਉਤਰ ਪੈਂਦੇ ਆ। ਰਣ ਕੇ ਪ੍ਰਿਆ, ਜੰਗ ਕਰਨ ਦੇ ਪਿਆਰੇ ਹਨ ਮਹਾਰਾਜ, ਰਣ ਦੇ ਪਿਆਰੇ ਹਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ। ਨਿੰਦਕ ਜੇ ਦੁੱਖ ਪਾਏ ਬਿਸੂਰ, ਤੇ ਜਿਹੜੇ ਫਿਰ ਗੁਰੂ ਘਰ ਦੇ ਨਿੰਦਕ ਵਾ ਉਹ ਦੁੱਖ ਪਾਉਂਦੇ ਜਦੋਂ ਵਰਸ਼ਾ ਫੜ ਕੇ ਜੰਗ ਦੇ ਮੈਦਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆ ਜਾਂਦੇ ਤੇ ਝੂਰਦੇ ਆ, ਦੁੱਖ ਪਾਉਂਦੇ ਹੋਏ ਝੂਰਦੇ ਆ ਨਿੰਦਕ। ਸੂਰ ਵਿਸਾਲ ਕਿਰਪਾਲ ਗੁਰੂ, ਐਸੇ ਵਿਸਾਲ ਕਹੀਏ ਵੱਡੇ ਹੀ ਸੂਰਮੇ ਨੇ, ਸੂਰਮੇ ਆ। ਜਿੱਥੇ ਵੱਡੇ ਸੂਰਮੇ ਆ ਉੱਥੇ ਕਿਰਪਾਲ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾਲੂ ਹੀ ਵੱਡੇ ਹੀ ਆ। ਜਿਵੇਂ ਗਵਾਲੀਅਰ ਦੇ ਕਿਲੇ ਮਹਾਰਾਜ ਸਾਹਿਬ ਜੀ ਗਏ, ਭਾਵੇਂ ਚੰਦੂ ਦੀਵਾਨ ਦੀ ਕੁਟਲ ਨੀਤੀ ਸੀ, ਨਜੂਮੀਆਂ ਤੋਂ ਜਹਾਂਗੀਰ ਬਾਦਸ਼ਾਹ ਨੂੰ ਪ੍ਰੇਰਿਆ, ਮਹਾਰਾਜ ਨੂੰ ਬੇਨਤੀ ਕੀਤੀ 40 ਦਿਨ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਜਾ ਕੇ ਮਹਾਰਾਜ ਤੁਸੀਂ ਮਾਲਾ ਫੇਰ ਦਿਓ, ਮੇਰੀ ਸਾੜ ਸਤੀ ਟਲ ਜਾਵੇ। ਸਤਿਗੁਰਾਂ ਨੇ ਕਹਿ ਦਿੱਤਾ ਸੀ ਵੀ ਬਾਦਸ਼ਾਹ ਹੁਣ ਸਾੜ ਸਤੀ ਜਿਹਦੇ ਉੱਤੇ ਆ ਗਈ ਨਾ ਉਹਦੀ ਤਾਂ ਨਹੀਂ ਟਲਣੀ, ਜਿੰਨੇ ਮਰਜ਼ੀ ਯਤਨ ਕਰ ਲਵੇ। ਸਤਿਗੁਰੂ ਉੱਥੇ ਗਏ, 52 ਰਾਜੇ ਜਿਹੜੇ ਉਮਰ ਕੈਦੀ ਸੀ ਮਹਾਰਾਜ ਦੀ ਸ਼ਰਨ ਵਿੱਚ ਪਏ, ਉਹਨਾਂ ਦੇ ਉੱਤੇ ਤਰਸ ਕਰਕੇ ਫਿਰ ਬਾਦਸ਼ਾਹ ਨੂੰ ਕਹਿ ਦਿੱਤਾ ਵਜ਼ੀਰ ਦੇ ਰਾਹੀਂ ਕਿ ਜੇ ਇਹਨਾਂ 52 ਰਾਜਿਆਂ ਨੂੰ ਰਿਹਾ ਕਰਦਾ ਹੈ ਤੇ ਫਿਰ ਅਸੀਂ ਇੱਥੋਂ ਜਾਵਾਂਗੇ, ਨਹੀਂ ਤੇ ਅਸੀਂ ਵੀ ਕਿਲੇ ਤੋਂ ਬਾਹਰ ਨਹੀਂ ਆਵਾਂਗੇ। ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਆਪਣਾ ਪੱਲਾ ਫੜਾ ਕੇ 52 ਰਾਜਿਆਂ ਨੂੰ ਰਿਹਾ ਕਰਵਾਇਆ। ਐਸੇ ਵੱਡੇ ਹੀ ਕਿਰਪਾਲੂ ਆ ਸਤਿਗੁਰੂ। ਹਰਗੋਬਿੰਦ ਜੀ ਤਮ ਸ਼ਤਰਨ ਸੂਰ, ਇਸ ਪੰਕਤੀ ਵਿੱਚ ਇੱਥੇ ਸੂਰ ਦਾ ਅਰਥ ਹੈ ਸੂਰਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਮ ਸ਼ਤਰਨ ਸੂਰ, ਤਮ ਹਨੇਰੇ ਰੂਪੀ ਸ਼ਤਰੂਆਂ ਵਾਸਤੇ ਜਾਂ ਸ਼ਤਰੂਆਂ ਰੂਪੀ ਹਨੇਰੇ ਵਾਸਤੇ ਮਹਾਰਾਜ ਸੂਰਜ ਦੀ ਨਿਆਈ ਹਨ। ਜਿਹੜੇ ਗੁਰੂ ਘਰ ਦੇ ਦੁਸ਼ਮਣ ਬਣੇ ਹੋਏ ਨਾ ਜ਼ਾਲਮ ਲੋਕ, ਉਹਨਾਂ ਦੁਸ਼ਮਣਾਂ ਰੂਪੀ ਹਨੇਰੇ ਵਾਸਤੇ ਗੁਰੂ ਸਾਹਿਬ ਜੀ ਸੂਰਜ ਦੀ ਤਰ੍ਹਾਂ
ਜਿਵੇਂ ਸੂਰਜ ਚੜ੍ਹਦਾ ਹੈ ਹਨੇਰਾ ਦੌੜ ਜਾਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਆਉਂਦੇ ਆ ਤਾਂ ਗੁਰੂ ਘਰ ਦੇ ਨਿੰਦਕ ਦੋਖੀ ਸ਼ਤਰੂ ਜਿਹੜੇ ਬਣੇ ਹੋਏ ਆ, ਉਹ ਸ਼ਤਰੂਆਂ ਰੂਪੀ ਹਨੇਰਾ ਵੀ ਅਲੋਪ ਹੋ ਜਾਂਦਾ ਜਦੋਂ ਸਤਿਗੁਰੂ ਜੀ ਸਾਹਮਣੇ ਆ ਜਾਂਦੇ, ਬਲੀ ਬਹਾਦਰ। ਇਸੇ ਤਰ੍ਹਾਂ ਇਹ ਤਾਂ ਬਾਹਰਲਾ ਹਨੇਰਾ ਹੋ ਗਿਆ, ਬਾਹਰਲੇ ਦੁਸ਼ਮਣ। ਜੋ ਮਨੁੱਖ ਦੇ ਅੰਦਰ ਦਾ ਹਨੇਰਾ ਹੈ, ਉਹ ਹਨੇਰੇ ਰੂਪੀ ਅਗਿਆਨਤਾ ਰੂਪੀ ਹਨੇਰੇ ਰੂਪੀ ਸ਼ਤਰੂ ਦੇ ਦੁਸ਼ਮਣ ਦੇ ਵੀ ਦੂਰ ਕਰਨ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਹਨ, ਸੂਰਜ ਨਿਆਈ। ਜਿਵੇਂ ਆਪ ਜੀ ਨੇ ਸ੍ਰੀ ਵਿਵੇਕਸਰ ਸਾਹਿਬ ਦੀ ਰਚਨਾ ਕੀਤੀ, ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਸਿੱਖਾਂ ਨੂੰ ਮਹਾਰਾਜ ਉਪਦੇਸ਼ ਦੇ ਕੇ ਵਿਵੇਕ ਬਖਸ਼ਿਆ ਕਰਦੇ, ਗਿਆਨ ਬਖਸ਼ਿਆ ਕਰਦੇ। ਅੱਜ ਵੀ ਕੋਈ ਭਾਵਨਾ ਦੇ ਨਾਲ ਸ੍ਰੀ ਵਿਵੇਕਸਰ ਸਾਹਿਬ ਇਸ਼ਨਾਨ ਕਰੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੇ, ਤੇ ਮਹਾਰਾਜ ਵਿਵੇਕ ਬੁੱਧ ਬਖਸ਼ ਦਿੰਦੇ, ਗਿਆਨ ਬਖਸ਼ ਦਿੰਦੇ। ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਹੈ। ਅੱਗੇ ਭਾਈ ਸੰਤੋਖ ਸਿੰਘ ਜੀ 7ਵੇਂ ਪਾਤਸ਼ਾਹ ਜੀ ਦਾ ਮੰਗਲ ਕਰਦੇ। ਇਸ਼ਟ ਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਮੰਗਲ। ਸਵਈਆ। ਤਾਰਾ ਬਿਲੋਚਨ ਸੋਚਨ ਮੋਚਨ, ਦੇਖ ਬਿਸ਼ੇਖ ਬਿਸੈ ਬਿਸ ਤਾਰਾ। ਤਾਰਾ ਬਿਲੋਚਨ, ਤਾਰਾ ਨਾਮ ਹੈ ਅੱਖ ਦੀ ਪੁਤਲੀ ਦਾ, ਬਿਲੋਚਨ ਨਾਮ ਹੈ ਨੇਤਰ ਦਾ, ਅੱਖ ਦਾ। ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਅੱਖ ਦੀ ਪੁਤਲੀ ਦੇ ਨਾਲ ਜੇ ਮਾੜਾ ਜਿਹਾ ਵੀ ਵੇਖ ਲੈਣ ਨਾ, ਸੋਚਣ ਮੋਚਣ, ਤੇ ਸਾਰੀਆਂ ਸੋਚਾਂ ਨੂੰ, ਸਾਰੀਆਂ ਫਿਕਰਾਂ ਨੂੰ ਮੋਚਨ ਮੈਨੇ ਕੱਟ ਦਿੰਦੇ ਆ। ਦੇਖ ਵਿਸ਼ੇਖ ਵਿਸੈ ਬਿਸ ਤਾਰਾ, ਜੇ ਵਿਸ਼ੇਸ਼ ਕਰਕੇ ਵੇਖ ਲੈਣ ਗੁਰੂ ਹਰਿਰਾਏ ਸਾਹਿਬ ਜੀ, ਮੇਰ ਦੀ ਦ੍ਰਿਸ਼ਟੀ ਨਾਲ, ਵਿਸ਼ੇਸ਼ ਦ੍ਰਿਸ਼ਟੀ ਨਾਲ ਵੇਖਣ, ਤਾਂ ਫਿਰ ਤਾਂ ਵੱਡੀ ਬਖਸ਼ਿਸ਼ ਕਰ ਦਿੰਦੇ ਆ। ਵਿਸੈ ਬਿਸ ਤਾਰਾ, ਵਿਸੈ ਨਾਮ ਹੈ ਵਿਸ਼ੇ ਵਿਕਾਰਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵਿਸ਼ੇ ਵਿਕਾਰ। ਬਿਸ ਮੈਨੇ ਆ ਵੇਖ ਜ਼ਹਿਰ, ਤਾਰਾ ਮੈਨੇ ਆ ਉਤਾਰਨਾ ਲਾਉਣਾ। ਜਦੋਂ ਵਿਸ਼ੇਸ਼ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਵੇਖਦੇ ਆ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਫਿਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਨੂੰ ਮਹਾਰਾਜ ਸਾਹਿਬ ਜੀ ਲਾਹ ਦਿੰਦੇ ਆ, ਤਾਰਾ ਤਾੜਨਾ ਕਰਕੇ ਦੂਰ ਕਰ ਦਿੰਦੇ ਆ। ਤਾਰਾ ਭਵੋਧਦ ਤੇ ਜਨ ਕੋ, ਗਨ ਕੀਰਤ ਸੇਤ ਕਰੀ ਬਿਸ ਤਾਰਾ। ਤਾਰਾ ਤੋਂ ਭਾਵ ਹੈ ਤਾਰ ਦਿੱਤਾ। ਭਵੋਧਦ ਭਾਵ ਸੰਸਾਰ, ਉਦਦ ਸਮੁੰਦਰ, ਤੇ ਉੱਪਰੋਂ ਜਨ ਕੋ, ਸੰਸਾਰ ਸਾਗਰ ਤੋਂ ਆਪਣੇ ਜਨਾਂ ਨੂੰ ਮਹਾਰਾਜ ਨੇ ਪਾਰ ਤਾਰ ਦਿੱਤਾ, ਪਾਰ ਉਤਾਰ ਕਰ ਦਿੱਤਾ, ਪਾਰ ਉਤਾਰਾ ਕਰ ਦਿੱਤਾ, ਪਾਰਲੇ ਕੰਢੇ ਪਹੁੰਚਾ ਦਿੱਤਾ। ਭਾਵ ਮੁਕਤੀ ਰੂਪੀ, ਕਲਿਆਣ ਰੂਪੀ ਕਿਨਾਰੇ ਤੇ ਸੰਸਾਰ ਸਾਗਰ ਤੋਂ ਪਾਰ ਕਰਕੇ ਮੁਕਤ ਕਰ ਦਿੱਤਾ। ਗਨ ਕੀਰਤ ਸੇਤ ਕਰੀ ਬਿਸ ਤਾਰਾ। ਤਾਰਾ ਭਵੋਦਦ ਤੇ ਜਨ ਕੋ ਗਨ, ਗਨ ਮੈਨੇ ਸਮੂਹ ਜਨਾਂ ਨੂੰ ਤਾਰਿਆ ਮਹਾਰਾਜ ਨੇ। ਕੀਰਤ ਸੇਤ ਕਰੀ ਬਿਸ ਤਾਰਾ, ਤੇ ਜੋ ਕੀਰਤੀ ਹੈ ਨਾ ਪਰਮੇਸ਼ਰ ਦੀ ਕਰਨੀ, ਇਹ ਮਹਾਰਾਜ ਨੇ ਸੇਤ ਪੁਲ ਬਣਾ ਦਿੱਤਾ ਹੈ, ਬਹੁਤ ਵਿਸਤਾਰਾ, ਖੁੱਲਾ ਪੁਲ, ਵਿਸਤਾਰ ਸਹਿਤ ਪੁਲ, ਵੀ ਕਰਤਾਰ ਦੀ ਕੀਰਤੀ ਕਰੋ ਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਓ। ਇਹ ਕੀਰਤੀ ਰੂਪੀ ਪੁਲ ਬਣਾਇਆ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ। ਤਾਰਾ ਮਲੇਸ਼ਨ ਕੇ ਮਤ ਕੋ, ਜੋ ਮਲੇਸ਼ਾ ਮਲੀਨ ਇੱਛਾ ਵਾਲਿਆਂ ਦਾ ਮਤ ਹੈ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਤਾੜਨਾ ਪਾਈ ਹੈ, ਝਾੜ ਝੰਬ ਕੀਤੀ ਹੈ, ਤਾੜਿਆ ਹੈ, ਝਿੜਕ ਦਿੱਤਾ ਹੈ, ਮਾਤ ਪਾ ਦਿੱਤੀ ਹੈ। ਉਦਤੇ ਦਿਨ ਨਾਥ ਜਤਾ ਨਿਸਤਾਰਾ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਉਦਤੇ ਪ੍ਰਗਟ ਹੋਏ ਆ। ਦਿਨ ਨਾਥ, ਜਿਵੇਂ ਦਿਨ ਦਾ ਨਾਥ ਸੁਆਮੀ ਹੈ ਸੂਰਜ, ਭਾਵ ਸੂਰਜ ਦੀ ਤਰ੍ਹਾਂ ਮਹਾਰਾਜ ਦਾ ਪ੍ਰਕਾਸ਼ ਹੋਇਆ। ਤੇ ਜਦੋਂ ਸੂਰਜ ਚੜ੍ਹਦਾ ਹੈ ਤੇ ਜਿਵੇਂ ਨਿਸ ਰਾਤ ਦੇ ਤਾਰੇ ਜਿਹੜੇ ਆ ਉਹ ਸਮਾਪਤ ਹੋ ਜਾਂਦੇ, ਭਾਵ ਛੁਪ ਜਾਂਦੇ, ਨਜ਼ਰ ਨਹੀਂ ਆਉਂਦੇ। ਇਸੇ ਤਰ੍ਹਾਂ ਦੰਭ ਪਖੰਡ ਰੂਪੀ ਜਿਹੜੇ ਤਾਰੇ ਸੀ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਸੂਰਜ ਨਿਆਈ ਪ੍ਰਗਟ ਹੋ ਕਰਕੇ ਅਲੋਪ ਕਰ ਦਿੱਤਾ ਹੈ। ਤਾਰਾ ਹਿਰਦੈ ਉਪਦੇਸ਼ ਦਾ ਖੋਲਤ, ਇੱਥੇ ਤਾਰਾ ਨਾਮ ਹੈ ਤਾਲੇ ਦਾ, ਜਿੰਦਰੇ ਦਾ।
ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਆਪਣਾ ਪਵਿੱਤਰ ਉਪਦੇਸ਼ ਦੇ ਕੇ ਤੇ ਮਹਾਰਾਜ ਸਾਹਿਬ ਜੀ ਹਿਰਦੇ ਦਾ ਜਿਹੜਾ ਜਿੰਦਰਾ ਹੈ ਨਾ ਉਹ ਖੋਲ ਦਿੰਦੇ ਆ ਬ੍ਰਹਮ ਵਿਦਿਆ ਰੂਪੀ ਕੁੰਜੀ ਦੇ ਨਾਲ। ਸ੍ਰੀ ਹਰਿ ਰਾਏ ਕਰੇ ਨਿਸਤਾਰਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਪੰਜ ਕੋਸ਼ਾਂ ਦੇ ਤਖਤੇ ਨੂੰ ਜਿਹੜਾ ਲੱਗਾ ਹੋਇਆ ਤਾਲਾ ਹੈ ਉਹ ਬ੍ਰਹਮ ਵਿਦਿਆ ਦੀ ਕੁੰਜੀ ਦੇ ਨਾਲ ਖੋਲ ਦਿੰਦੇ ਆ ਤੇ ਬ੍ਰਹਮ ਗਿਆਨ ਬਖਸ਼ ਦਿੰਦੇ ਆ। ਤੇ ਜਿਨ੍ਹਾਂ ਦਾ ਅੰਦਰ ਦਾ ਫਿਰ ਜਿੰਦਰਾ ਖੋਲ ਦਿੱਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ, ਉਹਨਾਂ ਨੂੰ ਨਿਸ ਪ੍ਰਪੰਚ ਤੋਂ ਤਾਰਾ ਕਹੀਏ ਪਾਰ ਕਰ ਦਿੱਤਾ, ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ, ਮੁਕਤੀ ਦੇ ਦਿੱਤੀ। ਐਸੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਨ, ਜਿਨ੍ਹਾਂ ਨੂੰ ਨਮਸਕਾਰ ਹੈ। ਅੱਗੇ ਭਾਈ ਸਾਹਿਬ ਜੀ 8ਵੇਂ ਪਾਤਸ਼ਾਹ ਜੀ ਦਾ ਮੰਗਲ ਕਰਦੇ ਆ। ਇਸ਼ਟ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮੰਗਲ। ਸ੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ। ਕਿ ਸ੍ਰੀ ਸੋਭਾ ਵਾਲੇ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੂਰਨ ਸਤਿਗੁਰੂ ਹਨ, ਅਧੂਰੇ ਨਹੀਂ, ਪੂਰੇ ਹਨ, ਪੂਰੇ ਸਤਿਗੁਰੂ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 5.25 ਸਾਲ ਦੀ ਸਰੀਰਕ ਖਾਰਬਲਾ ਵਿੱਚ ਗੁਰਤਾ ਗੱਦੀ ਦੇ ਤਖਤ ਤੇ ਬੈਠੇ। 2.5 ਸਾਲ ਮਹਾਰਾਜ ਨੇ ਗੁਰਿਆਈ ਕੀਤੀ ਹੈ ਔਰ 7.25 ਸਾਲ ਦੀ ਸਰੀਰਕ ਖਾਰਬਲਾ ਵਿੱਚ ਆਪ ਜੀ ਨੇ ਸੱਚਖੰਡ ਪਿਆਨਾ ਕੀਤਾ। ਸ੍ਰੀ ਸਤਿਗੁਰ ਪੂਰਨ ਹਰਿਕ੍ਰਿਸ਼ਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਰਿਪੂਰਨ ਹਨ। ਕ੍ਰਿਸ਼ਨ ਵਰਤਮਾ ਬਨ ਅਗ ਕ੍ਰਿਸ਼ਨ। ਕਹਿੰਦੇ ਜੋ ਅੱਗ ਕਹੀਏ ਪਾਪਾਂ ਰੂਪੀ ਬਨ ਜੰਗਲ ਹੈ। ਕ੍ਰਿਸ਼ਨ ਕਾਲਾ, ਕਿਉਂਕਿ ਪਾਪ ਕਾਲੇ ਹੁੰਦੇ ਨਾ, ਕਾਲੇ ਕਰਮ, ਉਹ ਪਾਪ ਕਾਲੇ ਹਨ। ਜਿਵੇਂ ਸੰਘਣਾ ਤੇ ਕਾਲਾ ਜੰਗਲ ਹੈ, ਇਸ ਤਰ੍ਹਾਂ ਇਹ ਪਾਪਾਂ ਦਾ ਸੰਘਣਾ ਕਾਲਾ ਜੰਗਲ ਹੈ। ਇਹਨੂੰ ਸਾੜਨ ਵਾਸਤੇ, ਪਾਪਾਂ ਰੂਪੀ ਜੰਗਲ ਨੂੰ ਖਤਮ ਕਰਨ ਵਾਸਤੇ ਕ੍ਰਿਸ਼ਨ ਵਰਤਮਾ, ਕ੍ਰਿਸ਼ਨ ਨਾਮ ਹੈ ਅਗਨੀ ਦਾ, ਵਰਤਮਾ ਨਾਮ ਹੈ ਪ੍ਰਚੰਡ ਅਗਨੀ, ਜਿਹੜੀ ਬਲਦੀ ਹੋਈ ਅੱਗ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਲਟ ਲਟ ਕਰਦੀ ਹੋਈ ਬਲਦੀ ਹੋਈ ਅੱਗ ਦੀ ਤਰ੍ਹਾਂ ਵਾ ਤੇ ਪਾਪਾਂ ਰੂਪੀ ਜੰਗਲ ਨੂੰ, ਕਾਲੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਨ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਤੇ ਮਹਾਰਾਜ ਸਾਹਿਬ ਜੀ ਕ੍ਰਿਸ਼ਨ ਸਰੂਪ ਤੋਂ ਭਾਵ ਇੱਥੇ ਪਰਮੇਸ਼ਰ ਸਰੂਪ ਹਨ। ਦਾਸ ਜਿਸ, ਜਿਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਾਸ ਕ੍ਰਿਸ਼ਨ, ਉਹ ਵੀ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਵੀ ਪਰਮੇਸ਼ਰ ਸਰੂਪ ਹੀ ਬਣਾ ਦਿੰਦੇ ਹਨ। ਜਿਨ੍ਹਾਂ ਨੂੰ ਆਪਣੇ ਉਪਦੇਸ਼ ਦੀ ਦਾਤ ਬਖਸ਼ ਦਿੰਦੇ ਆ, ਫਿਰ ਉਹਨਾਂ ਵਿੱਚ ਤੇ ਪਰਮੇਸ਼ਰ 'ਚ ਫਰਕ ਕੋਈ ਨਹੀਂ ਰਹਿ ਜਾਂਦਾ, ਭਾਵ ਉਹ ਵਾਹਿਗੁਰੂ ਜੀ ਦਾ ਸਰੂਪ ਹੋ ਜਾਂਦੇ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਇਸ ਕਰਕੇ ਮਹਾਰਾਜ ਸਾਹਿਬ ਜੀ ਐਸੇ ਹਨ ਸਤਿਗੁਰੂ, ਕ੍ਰਿਸ਼ਨ ਸਰੂਪ, ਪਰਮੇਸ਼ਰ ਸਰੂਪ। ਦਾਸ ਜਿਸ ਕ੍ਰਿਸ਼ਨਾ, ਜਿਨ੍ਹਾਂ ਦੇ ਸਤਿਗੁਰਾਂ ਦੇ ਜੋ ਦਾਸ ਵਾ ਸੇਵਕ, ਉਹ ਵੀ ਕ੍ਰਿਸ਼ ਕਮਜ਼ੋਰ ਨਹੀਂ ਹਨ, ਭਾਵ ਉਹ ਵੀ ਬਲੀ ਬਹਾਦਰ ਵਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਿੱਖ ਦਾਸ। ਕ੍ਰਿਸ਼ਨ ਭਗਤ ਕੋ ਮੇਘਦ ਜਿਸਨ। ਜਿਵੇਂ ਕਹਿੰਦੇ ਵੀ ਖੇਤੀ ਨੂੰ ਹਰਿਆਂ ਭਰਿਆਂ ਕਰਨ ਵਾਸਤੇ ਜਦੋਂ ਔੜ ਲੱਗੀ ਹੋਵੇ, ਪਾਣੀ ਦੀ ਲੋੜ ਹੋਵੇ, ਮੇਘਦ ਜਿਸਨ, ਜਿਸਨ ਜਿਸ ਮੌਕੇ ਦੇ ਉੱਤੇ ਮੀਂਹ ਪੈਂਦਾ ਹੈ। ਜਿਸਨ ਨਾਮ ਇੰਦਰ ਦੇਵਤੇ ਦਾ ਵੀ ਹੈ, ਜਿਵੇਂ ਮੀਂਹ ਪਾਉਂਦਾ ਹੈ ਇੰਦਰ ਦੇਵਤਾ, ਜਾਂ ਜਿਸਨ ਜਿਸ ਮੌਕੇ ਦੇ ਉੱਤੇ ਮੇਘਦ ਮੀਂਹ ਪੈਂਦਾ ਹੈ। ਲੋੜ ਜਦੋਂ ਹੈ, ਔੜ ਲੱਗੀ ਹੈ ਤੇ ਖੇਤੀਆਂ ਹਰੀਆਂ ਭਰੀਆਂ ਹੋ ਜਾਂਦੀਆਂ। ਇਸੇ ਤਰ੍ਹਾਂ ਕ੍ਰਿਸ਼ਨ ਨਾਮ ਖੇਤੀ ਦਾ ਹੈ। ਭਗਤ ਕੋ, ਭਗਤੀ ਰੂਪੀ ਖੇਤੀ ਨੂੰ ਹਰਿਆਂ ਭਰਿਆਂ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੱਦਲਾਂ ਦੀ ਤਰ੍ਹਾਂ ਹਨ। ਜਿਵੇਂ ਬੱਦਲ ਮੀਂਹ ਪਾਉਂਦਾ ਹੈ, ਝੁਕ ਝੁਕ ਕੇ ਵਰਦਾ ਹੈ, ਝੜੀ ਲਾਉਂਦਾ ਹੈ। ਖੇਤੀਆਂ ਜਦੋਂ ਔੜ ਲੱਗੀ ਹੁੰਦੀ ਹੈ, ਫਿਰ ਉਹਨਾਂ ਨੂੰ
ਪਾਣੀ ਮਿਲ ਜਾਂਦਾ ਹੈ, ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਸਤਿਗੁਰੂ ਜੀ ਭਗਤੀ ਰੂਪੀ ਖੇਤੀ ਨੂੰ ਹਰੀ ਭਰੀ ਕਰ ਦਿੰਦੇ ਸਿੱਖਾਂ ਦੇ ਅੰਦਰ, ਆਪਣੀ ਰਸਨਾ ਤੋਂ ਉਪਦੇਸ਼ ਬਖਸ਼ ਕੇ, ਆਪਣਾ ਪਵਿੱਤਰ ਦਰਸ਼ਨ ਬਖਸ਼ਿਸ਼ ਕਰਕੇ ਗੁਰ ਸ਼ਬਦੀ ਗੋਬਿੰਦ ਗੱਜਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਹੈ। ਤੋ ਇਹ 3 ਮੰਗਲ ਸੋ ਉਸ ਦਿਨ ਸਾਧ ਸੰਗਤ ਜੀ ਜੋ ਲਾਈਵ ਕਥਾ ਦੇ ਵਿੱਚ ਰਹਿ ਗਏ ਸਨ, ਤਾਂ ਹੁਣ ਇਸ ਤਰ੍ਹਾਂ ਇਹ ਬੇਨਤੀ ਸਾਂਝੀ ਕੀਤੀ ਹੈ ਸੰਖੇਪ ਦੇ ਨਾਲ। ਤੋ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ ਜੀ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ, ਕ੍ਰਿਸ਼ਨ ਭਗਤ ਕੋ ਮੇਘਦ ਜਿਸਨ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ अगम पूरन मोहे मैया तार, अंधकूप महाभयान नानक पारे उतार। आए प्रभ शरणागति कृपा निध दयाल, एक अखर हर मन बसत नानक होत निहाल। कथा निता प्रत होत है सुनहो सिंह सुजान, नानक गुर गोविंद सिंह जी पूरन गुर अवतार। कथा निता प्रत होत है सुनहो सिंह सुजान, नानक गुर गोविंद सिंह जी सदा करे कल्याण। नानक गुर गोविंद सिंह जी सदा करे कल्याण। वाहिगुरु जी का खालसा, वाहिगुरु जी की फतेह।